ਹੈਗੀ ਹੈ ਪਹਿਲਾਂ ਲਾਂਚ ਹੋ ਗਈ ਸੀ ਔਰ ਲੱਕੀਲੀ ਪ੍ਰਾਈਮ ਮਿਨਿਸਟਰ ਜੀ ਨੇ ਇੱਥੇ ਲੁਧਿਆਣੇ 'ਚ ਹੀ ਲਾਂਚ ਕੀਤਾ ਸੀ ਇਹ ਸਕੀਮ ਨੂੰ। ਬੜਾ ਅੱਛਾ ਹੁੰਗਾਰਾ ਮਿਲਿਆ ਸੀਗਾ। ਸੋ ਦੋ ਚੀਜ਼ਾਂ ਤਾਂ ਉਹਨਾਂ ਨੇ ਕਰਤੀਆਂ, ਇੱਕ ਤਾਂ ਇਹ ਕਿ ਇਹਨੂੰ ਬਾਈਫਰਕੇਟ ਕਰਤਾ ਕਿ ਇਹਦੀਆਂ 3 ਵਰਟੀਕਲਸ ਬਣਾਤੇ, ਬ੍ਰੌਂਜ਼ ਸਰਟੀਫਿਕੇਸ਼ਨ, ਸਿਲਵਰ ਸਰਟੀਫਿਕੇਸ਼ਨ ਤੇ ਗੋਲਡ ਸਰਟੀਫਿਕੇਸ਼ਨ, ਜਿਹਦੇ ਨਾਲ ਬੇਸਿਕਲੀ ਹੈ ਕਿ ਐਂਟਰੀ ਬੈਰੀਅਰ ਖਤਮ ਹੋ ਗਿਆ। ਜਿਹੜਾ ਸਾਡਾ ਬ੍ਰੌਂਜ਼ ਸਰਟੀਫਿਕੇਸ਼ਨ ਆ ਉਹਦੇ ਬਹੁਤ ਬੇਸਿਕ 6 ਲੈਵਲਸ ਹੁੰਦੇ ਆ ਜਿਹੜੇ ਕਿ ਕੋਈ ਵੀ MSME ਜਿਹੜਾ ਹੈਗਾ ਜਿਹਦੇ ਕੋਲ ਉਦਯਮ ਨੰਬਰ ਹੈਗਾ ਉਹ ਬੜੇ ਆਰਾਮ ਨਾਲ ਰਜਿਸਟਰ ਕਰ ਸਕਦਾ। ਦੂਸਰੀ ਚੀਜ਼ ਹੈ ਜਿਹੜਾ ਸਿਲਵਰ ਔਰ ਗੋਲਡ ਹੈਗਾ ਉਹ ਥੋੜ੍ਹੇ ਜਿਹੇ ਹਾਇਰ ਐਂਡ ਚਲੇ ਜਾਂਦੇ ਆ ਜਿਹਦੇ ਵਿੱਚ ਇੱਕ ਫਿਜ਼ੀਕਲ ਆਡਿਟ ਵੀ ਇਨਵੋਲਵ ਹੁੰਦਾ ਔਰ ਕਿਤੇ ਕਿਤੇ ਉਹਦੀਆਂ ਕੰਸਲਟੇਸ਼ਨਸ ਵੀ ਲੈਣੀਆਂ ਪੈਂਦੀਆਂ ਹੈਗੀਆਂ। ਕੁਆਲਿਟੀ ਕਾਉਂਸਲ ਆਫ ਇੰਡੀਆ ਜਿਹਦੇ ਕਿ MSME ਜਿਹੜਾ ਸੈਕਟਰ ਹੈ ਉਹ ਬੇਸਿਕਲੀ ਉਹਨਾਂ ਨੇ ਡੈਲੀਗੇਟ ਕੀਤਾ ਹੈ ਕੁਆਲਿਟੀ ਕਾਉਂਸਲ ਆਫ ਇੰਡੀਆ ਨੂੰ, ਤੁਸੀਂ ਇਹਨੂੰ ਇੰਪਲੀਮੈਂਟ ਕਰੋ। ਅਸੀਂ ਕੁਆਲਿਟੀ ਕਾਉਂਸਲ ਆਫ ਇੰਡੀਆ ਦੇ ਆਰਗੇਨਾਈਜ਼ਿੰਗ ਪਾਰਟਨਰਸ ਆ, ਜਿਹੜੀਆਂ ਕਿ ਜਿੱਦਾਂ ਹੀ ਕੋਈ ਸਾਨੂੰ ਰਿਕੁਐਸਟ ਆਉਂਦੀ ਹੈ ਕਿ ਜੀ ਅਸੀਂ ਕਰਵਾਉਣਾ ਚਾਹੁੰਦੇ ਹਾਂ, ਦੈਨ ਸਾਡਾ ਕੰਸਰਨ ਟੀਮ ਜਿਹੜੀ ਉੱਥੇ ਜਾਂਦੀ ਹੈ, ਉਹ ਸਾਰੀਆਂ ਫਾਰਮੈਲਿਟੀਜ਼ ਅਸੀਂ ਆਪ ਹੀ ਕੰਪਲੀਟ ਕਰਵਾਉਂਦੇ ਹਾਂ। ਉਹਨਾਂ ਦੀਆਂ ਬੈਠ ਕੇ ਫੋਟੋਗ੍ਰਾਫੀ ਅਸੀਂ ਕਰਦੇ ਹਾਂ ਸਾਰੀ। ਉਸ ਦਿਨ ਅਸੀਂ ਦੇਖਿਆ ਤੁਸੀਂ ਇੱਕ ਸੈਮੀਨਾਰ ਵੀ ਕੀਤਾ ਜਿਹਨੂੰ ਕਿ DC ਮੈਡਮ ਨੇ ਐਡਰੈਸ ਕੀਤਾ। ਸੋ ਉਸ ਦੇ ਵਿੱਚ ਬਹੁਤ ਸਾਰੇ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਵੀ ਆਏ ਹੋਏ ਸੀ। ਸੋ ਉਸ ਦਿਨ ਕਿੱਦਾਂ ਦੀਆਂ ਗੱਲਾਂ ਬਾਤਾਂ ਕੀਤੀਆਂ? ਅੱਜ ਦੀ ਡੇਟ ਦੇ ਵਿੱਚ ਇਹਦੇ ਜਿਹੜੇ ਬੇਸਿਕ ਮੁੱਦੇ ਹੈ, ਬੇਸਿਕ ਫਾਇਦੇ ਹੈ, ਜੇ ਮੈਂ ਗਿਣਾਉਣੇ ਸ਼ੁਰੂ ਕਰਾਂ ਤੇ ਫੋਰ ਐਗਜ਼ਾਮਪਲ ਸਭ ਤੋਂ ਇਮੀਡੀਏਟ ਕੰਸਰਨ ਹੁੰਦਾ ਕਿ ਕਿਸੇ ਐਂਟੀਟੀ ਨੂੰ ਜੇ ਉਹਦਾ ਵਿਆਜ ਦਰ ਘਟ ਜਾਂਦਾ ਉਹਦਾ ਸਿੱਧਾ ਪ੍ਰੋਫਿਟ ਵੱਧ ਜਾਂਦਾ, ਜਾਂ ISO ਸਰਟੀਫਿਕੇਸ਼ਨ ਹੈਗੀ ਹੈ ਉਹਨਾਂ ਨੂੰ ਇੱਕ ਫੀਸ ਦੇਣੀ ਪੈਂਦੀ ਹੈ ਸਰਕਾਰ ਨੂੰ। ਜੇ ਕਿਸੇ ਵੀ ਇੰਡਸਟਰੀ ਨੇ ਮੰਨ ਲਓ ਲੁਧਿਆਣੇ 'ਚ 1500 ਘੱਟੋ ਘੱਟ ਇੱਦਾਂ ਦੇ MSMEs ਹੈਗੇ ਆ ਜਿਨ੍ਹਾਂ ਦੇ ਕੋਲ BIS ਸਰਟੀਫਿਕੇਸ਼ਨ ਹੈਗੀ ਹੈ, ਜੇ ਅਸੀਂ ਉਹ ਇੰਡਸਟਰੀ ਆਪਣੇ ਆਪ ਨੂੰ ਬ੍ਰੌਂਜ਼ ਸਰਟੀਫਾਈ ਕਰਾ ਲੈਂਦੀ ਹੈ ਤੇ ਉਹਨਾਂ ਨੂੰ ਵਿਦਿਨ 21 ਡੇਜ਼ 50,000 ਰੁਪਇਆ ਰਿਫੰਡ ਆ ਜਾਂਦਾ। ਜਦੋਂ ਅਸੀਂ ਇੰਟਰਨੈਸ਼ਨਲ ਮਾਰਕੀਟ 'ਚ ਇਹ ਕਹਿੰਦੇ ਹਾਂ ਕਿ ਅਸੀਂ Z ਸਰਟੀਫਾਈਡ ਆ ਤੇ ਉਹਦਾ ਇੱਕ ਸਟੈਂਡਰਡ ਫਰਕ ਆ ਜਾਂਦਾ, ਬਿਕੋਜ਼ ਅਸੀਂ ਉਹ MSME ਸਰਟੀਫਾਈਡ ਜਿਹੜਾ ਹੈਗਾ ਆਟੋਮੈਟਿਕਲੀ ਉਹ ਜਿਹੜੀ ਗਵਰਨਮੈਂਟ ਦੀ ਵੈਬਸਾਈਟ ਹੈ z.msme.gov.in ਉਹਦੇ ਉੱਤੇ ਤੁਹਾਡੀ ਲਿਸਟਿੰਗ ਹੋ ਜਾਂਦੀ ਹੈ। ਦੈਨ ਜਿਹੜਾ ਕੋਈ ਐਕਸਪੋਰਟਰ ਹੈ ਉਹਨੂੰ 1 ਸਾਲ ਦਾ 20 ਲੱਖ ਰੁਪਏ ਦਾ ਸਿਰਫ ਟਰਾਂਸਪੋਰਟੇਸ਼ਨ 'ਤੇ ਰਿਫੰਡ ਮਿਲ ਜਾਂਦਾ ਫਰੋਮ ਫੈਕਟਰੀ ਟੂ ਜਿਹੜਾ ਪੋਰਟ ਤੱਕ ਜਿਹੜਾ ਉਹਦਾ ਸਮਾਨ ਜਾਂਦਾ ਹੈ ਉਹਦੇ ਵਿੱਚ ਰੋਡ ਟਰਾਂਸਪੋਰਟ 'ਤੇ ਅਪ ਟੂ 20 ਲੱਖ ਰੁਪੀਸ ਪਰ ਐਨਮ ਫॉर ਨੈਕਸਟ 5 years। ਦੈਟ ਮੀਨਸ 1 ਕਰੋੜ ਦਾ ਸਿੱਧਾ ਐਡਵਾਂਟੇਜ ਉਹ ਲੈ ਸਕਦੇ ਹੋ। ਕਿ ਇਨਵੈਸਟ ਪੰਜਾਬ ਜਿਹੜੀ ਵੀ ਇੰਡਸਟਰੀ ਇਨਵੈਸਟ ਪੰਜਾਬ ਦੇ ਅੰਡਰ ਰਜਿਸਟਰਡ ਹੈਗੀ ਹੈ ਉਹਦੇ ਵਾਸਤੇ ਤਾਂ ਇਹ ਮੈਂਡੇਟਰੀ ਹੋ ਗਿਆ ਕਿ ਫਰੋਮ ਦ ਡੇਟ ਆਫ ਮੈਨੂਫੈਕਚਰਿੰਗ ਤੋਂ ਲੈ ਕੇ ਵਿਦਿਨ 3 years ਜੇ ਤੁਹਾਡੇ ਕੋਲ Z ਸਰਟੀਫਿਕੇਸ਼ਨ ਨਹੀਂ ਹੈ ਤੇ ਤੁਹਾਡੇ ਜਿੰਨੇ ਵੀ ਫਿਸਕਲ ਬੈਨੀਫਿਟਸ ਹੈ ਉਹ ਆਟੋਮੈਟਿਕਲੀ ਵਿਡਰਾ ਹੋ ਜਾਣਗੇ। ਹੋਰ ਵੱਡਾ ਕੁਐਸਚਨ ਹੈ ਕਿ ਕੀ ਇਹ ਸਰਟੀਫਿਕੇਸ਼ਨ ਲਈ ਕੋਈ ਚਾਰजेस ਵਗੈਰਾ ਵੀ ਹੈਗੇ? ਦੇਖੋ ਇਹਦੇ 'ਚ ਜਿਹੜਾ ਬ੍ਰੌਂਜ਼ ਲੈਵਲ ਹੁੰਦਾ ਉਹਦੀ 10,000 ਫੀਸ ਹੁੰਦੀ ਹੈ, ਲੇਕਿਨ ਸਰਕਾਰ ਤੁਹਾਨੂੰ ਨਾਲ ਇੱਕ 10,000 ਦਾ ਗਿਫਟ ਕੂਪਨ ਦਿੰਦੀ ਹੈ। ਸੋ ਆਪਾਂ ਜੇ ਉਹ ਇਨਕੈਸ਼ ਕਰ ਲੈਂਦੇ ਹਾਂ ਤੇ ਆਪਣੀ 0 ਫੀਸ ਹੋ ਜਾਂਦੀ ਹੈ। ਕਿ ਜਿਹੜੀ ਵੀ ਇੰਡਸਟਰੀ ਸਿਲਵਰ ਜਾਂ ਬ੍ਰੌਂਜ਼ 'ਤੇ ਜਾਂਦੀ ਹੈ ਉਹਨਾਂ ਨੂੰ ਸਰਕਾਰ ਵੱਲੋਂ 3 ਲੱਖ ਰੁਪਏ ਦੀ ਇੱਕ ਗ੍ਰਾਂਟ ਹੈਗੀ ਹੈ ਜੇ ਉਹ ਕੋਈ ਵੀ ਪੋਲਿਊਸ਼ਨ ਕੰਟਰੋਲ ਡਿਵਾਈਸ ਲਗਾਉਂਦੇ ਆ ਜਾਂ ਐਨਰਜੀ ਸੇਵਿੰਗ ਡਿਵਾਈਸ ਲਗਾਉਂਦੇ ਆ। ਪੰਜਾਬ ਗਵਰਨਮੈਂਟ ਇੱਕ ਇਕਲੌਤੀ ਸਰਕਾਰ ਹੈ ਪੂਰੇ ਭਾਰਤ ਦੇ ਵਿੱਚ ਜਿਹਨੇ ਕਿ ਐਡੀਸ਼ਨਲ ਬੈਨੀਫਿਟਸ ਨਾਲ ਦਿੱਤੇ ਹੈ, ਜਿਸ ਤਰ੍ਹਾਂ ਕਿ ਜੇ ਕੋਈ Z ਸਰਟੀਫਾਈਡ ਇੰਡਸਟਰੀ ਆਪਣੇ ਆਪ ਨੂੰ ਆਪਣੀ ਮਸ਼ੀਨਰੀ ਨੂੰ ਅਪਗ੍ਰੇਡ ਕਰਦੀ ਹੈ ਜਾਂ ਕੋਈ ਨਵੀਂ ਮਸ਼ੀਨ ਲਗਾਉਂਦੀ ਹੈ ਉਹਦੇ ਤੇ 5 ਲੱਖ ਰੁਪਏ ਦੀ ਰੀਇੰਬਰਸਮੈਂਟ ਜਿਹੜੀ ਹੈ ਉਹ ਪੰਜਾਬ ਗਵਰਨਮੈਂਟ ਤੋਂ ਆ ਰਹੀ ਹੈ। जनहितैषी TRP नहीं खरीदते, भरोसा जीतते हैं हम। नमस्कार, सत श्री अकाल, आदाब। एक बार फिर शहर लुधियाना तो लुधियाना जिहड़ा कि एक मैਨੂਫੈਕਚਰਿੰਗ सैक्टर दे विच खास पहचान रखता हैगा। जे गलबात करिए तो देश की इंडस्ट्री दे विच पंजाब नूं मैਨੂਫੈਕਚਰਿੰग सैक्टर के नाम से देश की रीढ़ की इंडस्ट्री की रीढ़ की हड्डी भी कहा जाता, MSME की रीढ़ की हड्डी किया जाता है। सो ये सब तो ज़्यादा इंपॉर्टेंट जोड़ा मेन शहर है वो है शहर लुधियाना। पिछले कुछ समा पहला प्रधानमंत्री मोदी वालों इत्थे दी मैਨੂਫੈਕਚਰਿੰਗ सैक्टर नूं वर्ल्ड क्लास बनाने लई जीरो इफेक्ट जीरो डिफेक्ट नाम दे एक मुहिम चलाई गई सी जिहड़ी कि बहुत ही पॉपुलर हुई। इंडस्ट्री ट्रेड नूं एक विजन दिता गया कि घट तो घट जिहड़े डिफेक्टिव या ज़्यादा तो ज़्यादा एफिशिएंसी और क्वालिटी प्रोडक्ट बनाने लई इस सारे मामले हुण एक बारी फिर नवें सिरे तो बहुत सारिया स्कीम दे विच बहुत सारे बदलाव लियाए गए ने। इस सारे बदलावां नूं जिहड़ा किद्दां कीता जाएगा, जिहड़ी इहदी मॉनिटरिंग एजेंसी है, जिहड़ी इंप्लीमेंट एजेंसी हैगी है, वो
ਹੈਗੇ ਮਨਮੀਤ ਦੀਵਾਨ ਜੀ। ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿੱਦਾਂ ਇਸ ਸਾਰੀ ਚੀਜ਼ਾਂ ਨੂੰ ਜਿਹੜਾ ਇੰਪਲੀਮੈਂਟ ਕੀਤਾ ਜਾਏਗਾ, ਕੀ ਨਵਾਂ ਆਇਆ ਤਾਂ ਕਿ ਇੰਡਸਟਰੀ ਵਾਲੇ ਇਹਦਾ ਫਾਇਦਾ ਚੱਕ ਸਕਣ। ਸਰ ਨਮਸਕਾਰ। ਨਮਸਕਾਰ ਜੀ। ਜਿਸ ਤਰ੍ਹਾਂ ਕਿ ਸੰਦੀਪ ਜੀ ਤੁਸੀਂ ਦੱਸਿਆ ਕਿ ਵੀ ਇਹ ਆਲਰੇਡੀ ਸਕੀਮ ਜਿਹੜੀ ਹੈ ਪਹਿਲਾਂ ਲਾਂਚ ਹੋ ਗਈ ਸੀ ਔਰ ਲੱਕੀਲੀ ਪ੍ਰਾਈਮ ਮਿਨਿਸਟਰ ਜੀ ਨੇ ਇੱਥੇ ਲੁਧਿਆਣੇ 'ਚ ਹੀ ਲਾਂਚ ਕੀਤਾ ਸੀ ਇਹ ਸਕੀਮ ਨੂੰ। ਬੜਾ ਅੱਛਾ ਹੁੰਗਾਰਾ ਮਿਲਿਆ ਸੀਗਾ। ਲੇਕਿਨ ਡਿਫਰੈਂਸ ਇਹ ਹੈ ਕਿ ਉਦੋਂ ਔਰ ਹੁਣ ਦੇ ਵਿੱਚ ਇੱਕ ਤਾਂ ਪਹਿਲਾਂ ਸਕੀਮ ਜਿਹੜੀ ਸੀ ਕੰਪੈਰੇਟਿਵਲੀ ਕੰਪਲੈਕਸ ਸੀਗੀ, ਕਿਉਂਕਿ ਇਹਦੇ ਪੈਰਾਮੀਟਰਸ ਬਹੁਤ ਸਟ੍ਰਿੰਜੈਂਟ ਸੀਗੇ ਜਿਹੜੇ ਕਿ ਇੰਡਸਟਰੀ ਨੂੰ ਅਡਾਪਟ ਕਰਨ ਦੇ ਵਿੱਚ ਦਿੱਕਤਾਂ ਆ ਰਹੀਆਂ ਸੀਗੀਆਂ। ਸੋ ਦੋ ਚੀਜ਼ਾਂ ਤਾਂ ਉਹਨਾਂ ਨੇ ਕਰਤੀਆਂ। ਇੱਕ ਤਾਂ ਇਹ ਕਿ ਇਹਨੂੰ ਬਾਈਫਰਕੇਟ ਕਰਤਾ ਕਿ ਇਹਦੀਆਂ 3 ਵਰਟੀਕਲਸ ਬਣਾਤੇ, ਬ੍ਰੌਂਜ਼ ਸਰਟੀਫਿਕੇਸ਼ਨ, ਸਿਲਵਰ ਸਰਟੀਫਿਕੇਸ਼ਨ ਤੇ ਗੋਲਡ ਸਰਟੀਫਿਕੇਸ਼ਨ, ਜਿਹਦੇ ਨਾਲ ਬੇਸਿਕਲੀ ਹੈ ਕਿ ਐਂਟਰੀ ਬੈਰੀਅਰ ਖਤਮ ਹੋ ਗਿਆ। ਜਿਹੜਾ ਸਾਡਾ ਬ੍ਰੌਂਜ਼ ਸਰਟੀਫਿਕੇਸ਼ਨ ਆ ਉਹਦੇ 'ਚ ਬਹੁਤ ਬੇਸਿਕ 6 ਲੈਵਲਸ ਹੁੰਦੇ ਆ ਜਿਹੜੇ ਕਿ ਕੋਈ ਵੀ MSME ਜਿਹੜਾ ਹੈਗਾ ਜਿਹਦੇ ਕੋਲ ਉਦਯਮ ਨੰਬਰ ਹੈਗਾ ਉਹ ਬੜੇ ਆਰਾਮ ਨਾਲ ਰਜਿਸਟਰ ਕਰ ਸਕਦਾ। ਦੂਸਰੀ ਚੀਜ਼ ਹੈ ਜਿਹੜਾ ਸਿਲਵਰ ਔਰ ਗੋਲਡ ਹੈਗਾ ਉਹ ਥੋੜ੍ਹੇ ਜਿਹੇ ਹਾਇਰ ਐਂਡ ਚਲੇ ਜਾਂਦੇ ਆ, ਜਿਹਦੇ ਵਿੱਚ ਇੱਕ ਫਿਜ਼ੀਕਲ ਆਡਿਟ ਵੀ ਇਨਵੋਲਵ ਹੁੰਦਾ ਔਰ ਕਿਤੇ ਉਹਦੀਆਂ ਕੰਸਲਟੇਸ਼ਨਸ ਵੀ ਲੈਣੀਆਂ ਪੈਂਦੀਆਂ ਹੈਗੀਆਂ। ਸੈਕੰਡ ਇਸ਼ੂ ਜਿਹੜਾ ਮੇਜਰ ਸੀਗਾ ਵੀ ਜਦੋਂ ਵੀ ਕੋਈ ਨਵੀਂ ਚੀਜ਼ ਆਉਂਦੀ ਹੈ ਉਹਦੇ ਵਾਸਤੇ ਹੈਂਡ ਹੋਲਡਿੰਗ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਲਾਸਟ ਟਾਈਮ ਜਿਹੜਾ ਅਸੀਂ ਜ਼ਿਕਰ ਕੀਤਾ ਉਦੋਂ ਸਕੀਮ ਲਾਂਚ ਹੋ ਗਈ, ਬਹੁਤ ਐਡਵਰਟੀਜ਼ਮੈਂਟਸ ਹੋ ਗਈਆਂ, ਸੈਮੀਨਾਰਸ ਹੋ ਗਏ, ਲੇਕਿਨ ਜਦੋਂ ਤੱਕ ਅਸੀਂ ਗਰਾਊਂਡ ਦੇ ਉੱਪਰ ਜਾ ਕੇ ਰਿਸਪੈਕਟਿਵ ਇੰਡਸਟਰੀ ਨੂੰ, MSME ਨੂੰ, ਉਹਨਾਂ ਦੇ ਸਟਾਫ ਨੂੰ, ਉਹਨਾਂ ਦੀ ਟੀਮ ਨੂੰ ਉਹ ਹੈਂਡ ਹੋਲਡਿੰਗ ਨਹੀਂ ਦਿੰਦੇ ਤੇ ਉਹ ਐਗਜ਼ੀਕਿਊਸ਼ਨ 'ਚ ਇੱਕ ਫਰਕ ਰਹਿ ਜਾਂਦਾ। ਚਾਹੇ ਡਾਕੂਮੈਂਟ 4 ਹੀ ਲਗਾਉਣੇ ਆ, ਲੇਕਿਨ ਕਿਹੜਾ ਪੋਰਟਲ ਹੈ, ਕਿੱਦਾਂ ਲਗਾਉਣੇ ਆ, ਕਿੱਦਾਂ ਫੋਟੋ ਖਿੱਚਣੀ ਹੈ, ਫੋਟੋਆਂ ਖਿੱਚਣ 'ਚ ਬਹੁਤ ਰਿਜੈਕਸ਼ਨ ਹੋ ਜਾਂਦੀ ਸੀਗੀ। ਸੋ ਨਾਓ ਵਾਟ ਕੁਆਲਿਟੀ ਕਾਉਂਸਲ ਆਫ ਇੰਡੀਆ ਜਿਹੜੇ ਕਿ MSME ਜਿਹੜਾ ਸੈਕਟਰ ਹੈ ਉਹ ਬੇਸਿਕਲੀ ਉਹਨਾਂ ਨੇ ਡੈਲੀਗੇਟ ਕੀਤਾ ਹੈ ਕੁਆਲਿਟੀ ਕਾਉਂਸਲ ਆਫ ਇੰਡੀਆ ਨੂੰ, ਤੁਸੀਂ ਇਹਨੂੰ ਇੰਪਲੀਮੈਂਟ ਕਰੋ। ਅਸੀਂ ਕੁਆਲਿਟੀ ਕਾਉਂਸਲ ਆਫ ਇੰਡੀਆ ਦੇ ਆਰਗੇਨਾਈਜ਼ਿੰਗ ਪਾਰਟਨਰਸ ਹਾਂ। ਸਾਡਾ ਕੰਮ ਇਹ ਹੈ ਕਿ ਸਾਡੇ ਕੋਲ ਸਟਾਫ ਪੂਰਾ, ਅਸੀਂ ਟੀਮਸ ਜਿਹੜੀਆਂ ਹੈਗੀਆਂ ਸਾਡੇ ਕੋਲ ਗਰਾਊਂਡ 'ਚ ਹੁੰਦੀਆਂ, ਹਰ ਸ਼ਹਿਰ ਦੇ ਵਿੱਚ ਟੀਮਸ ਹੁੰਦੀਆਂ ਜਿਹੜੀਆਂ ਕਿ ਜਿੱਦਾਂ ਹੀ ਕੋਈ ਸਾਨੂੰ ਰਿਕੁਐਸਟ ਆਉਂਦੀ ਹੈ ਕਿ ਜੀ ਅਸੀਂ ਕਰਵਾਉਣਾ ਚਾਹੁੰਦੇ ਹਾਂ, ਦੈਨ ਸਾਡਾ ਉਹ ਕੰਸਰਨ ਟੀਮ ਜਿਹੜੀ ਉੱਥੇ ਜਾਂਦੀ ਹੈ, ਉਹ ਸਾਰੀਆਂ ਫਾਰਮੈਲਿਟੀਜ਼ ਅਸੀਂ ਆਪ ਹੀ ਕੰਪਲੀਟ ਕਰਵਾਉਂਦੇ ਹਾਂ। ਉਹਨਾਂ ਦੀਆਂ ਬੈਠ ਕੇ ਫੋਟੋਗ੍ਰਾਫੀ ਅਸੀਂ ਕਰਦੇ ਹਾਂ ਸਾਰੀ, ਔਰ ਉਹ ਜਿਹੜਾ ਸਾਰਾ ਉਹਦੀ ਐਪਲੀਕੇਸ਼ਨ ਪ੍ਰੋਸੈਸ ਤੋਂ ਅਸੀਂ ਕੰਪਲੀਟ ਕਰਦੇ ਹਾਂ। ਇਹ ਦੋ ਚੀਜ਼ਾਂ, ਇੱਕ ਤਾਂ ਨੰਬਰ 1 ਸਿੰਪਲੀਫਿਕੇਸ਼ਨ ਆਫ ਦਾ ਸਕੀਮ, ਪੈਰਾਮੀਟਰਸ ਘਟਾਤੇ, ਤੇ ਦੂਸਰਾ ਹੈਂਡ ਹੋਲਡਿੰਗ ਜਿਹੜੀ ਹੈ ਉਹ ਇੰਟਰੋਡਿਊਸ ਕਰਤੀ, ਜਿਹਦੇ ਨਾਲ ਹੁਣ ਬਹੁਤ ਤੇਜ਼ੀ ਦੇ ਨਾਲ ਜਿਹੜੀ MSMEs ਹੈ ਉਹ ਐਨਰੋਲ ਹੋ ਰਹੀ ਹੈਗੀਆਂ। ਸੋ ਜੇ ਗੱਲਬਾਤ ਕਰੀਏ, ਜਿਵੇਂ ਉਸ ਦਿਨ ਅਸੀਂ ਦੇਖਿਆ ਤੁਸੀਂ ਇੱਕ ਸੈਮੀਨਾਰ ਵੀ ਕੀਤਾ ਜਿਹਨੂੰ ਕਿ DC ਮੈਡਮ ਨੇ ਐਡਰੈਸ ਕੀਤਾ। ਸੋ ਉਸ ਦੇ ਵਿੱਚ ਬਹੁਤ ਸਾਰੇ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਵੀ ਆਏ ਹੋਏ ਸੀ। ਸੋ ਉਸ ਦਿਨ ਕਿੱਦਾਂ ਦੀਆਂ ਗੱਲਾਂ ਬਾਤਾਂ ਕੀਤੀਆਂ? ਦੇਖੋ, ਉਦੋਂ ਸਾਡਾ ਮੇਨ ਮਕਸਦ ਸੀਗਾ ਕਿ ਹੁਣ ਇਸ ਸਕੀਮ ਦੇ ਵਿੱਚ ਬਹੁਤ ਸਾਰੇ ਇਨਸੈਂਟਿਵ ਜਿਹੜੇ ਹੈ ਉਹ ਗਵਰਨਮੈਂਟ ਨੇ ਐਡ ਕਰਤੇ ਹੈ। ਪਹਿਲਾਂ ਇਨੀਸ਼ੀਅਲੀ ਇਟ ਵਾਜ਼ ਓਨਲੀ ਅ ਵੋਲੰਟਰੀ ਸਕੀਮਸ, ਤੇ ਵੋਲੰਟਰੀ ਦਾ ਜੇ ਕੋਈ ਫਾਇਦਾ ਨਹੀਂ ਹੋ ਰਿਹਾ, ਕੋਈ ਨੁਕਸਾਨ ਨਹੀਂ ਹੋ ਰਿਹਾ, ਤੇ ਬੰਦਾ ਟਾਈਮ ਨਹੀਂ ਕੱਢ ਪਾਉਂਦਾ। ਅੱਜ ਦੀ ਡੇਟ ਦੇ ਵਿੱਚ ਇਹਦੇ ਜਿਹੜੇ ਬੇਸਿਕ ਮੁੱਦੇ ਹੈ, ਬੇਸਿਕ ਫਾਇਦੇ ਹੈ, ਜੇ ਮੈਂ ਗਿਣਾਉਣੇ ਸ਼ੁਰੂ ਕਰਾਂ ਤੇ ਫੋਰ ਐਗਜ਼ਾਮਪਲ ਸਭ ਤੋਂ ਇਮੀਡੀਏਟ ਕੰਸਰਨ ਹੁੰਦਾ ਕਿ ਕਿਸੇ ਵੀ ਐਂਟੀਟੀ ਨੂੰ ਜੇ ਉਹਦਾ ਵਿਆਜ ਦਰ ਘਟ ਜਾਂਦਾ ਉਹਦਾ ਸਿੱਧਾ ਪ੍ਰੋਫਿਟ ਵੱਧ ਜਾਂਦਾ। ਸੋ ਜੇ ਬ੍ਰੌਂਜ਼ ਸਰਟੀਫਿਕੇਸ਼ਨ ਹੈਗੀ ਹੈ ਤੇ 0.25 ਤੋਂ ਲੈ ਕੇ ਗੋਲਡ ਸਰਟੀਫਿਕੇਸ਼ਨ ਤੇ ਜਾਂਦੇ 0.75% ਸਾਡਾ ਬੈਂਕ ਦਾ ਰੇਟ ਆਫ ਇੰਟਰਸਟ ਜਿਹੜਾ ਉਹ ਬੈਂਕ ਰਿਬੇਟ ਦੇ ਦਿੰਦਾ। ਸੋ ਦਿਸ ਇਜ਼ ਅ ਹਿਊਜ ਸਬਸਿਡੀ, ਕਿਉਂਕਿ ਹਰ ਫੈਕਟਰੀ ਨੇ, ਹਰ ਇੰਡਸਟਰੀ ਨੇ ਲੋਨ ਲਿੱਤਾ ਹੁੰਦਾ, ਉਸ ਤੋਂ ਬਗੈਰ ਉਹ ਨਹੀਂ ਚੱਲ ਸਕਦੇ। ਇਸ ਤਰ੍ਹਾਂ ਦੀਆਂ ਜਿਹੜੀਆਂ ਐਂਡਲੈਸ ਇਹਦੀਆਂ ਇਨਸੈਂਟਿਵਸ ਹੈਗੇ ਆ, ਜੇ ਮੈਂ ਸਾਰੇ ਇਨਸੈਂਟਿਵਸ ਲੈਣ ਦੀ ਗੱਲ ਕਰਾਂ ਤੇ ਇੱਕ ਗੋਲਡ ਸਰਟੀਫਾਈਡ ਜਿਹੜਾ MSME ਆ ਉਹ 2 ਕਰੋੜ ਤੱਕ ਦੇ ਇਨਸੈਂਟਿਵਸ ਲੈ ਸਕਦਾ। ਫੋਰ ਐਗਜ਼ਾਮਪਲ ਇੱਕ ਬੈਂਕ ਲੋਨ ਹੋ ਗਿਆ, ਇੱਕ ਤੁਹਾਡੀ ਪ੍ਰੋਸੈਸਿੰਗ ਫੀ ਦੇ ਵਿੱਚ ਡਿਸਕਾਊਂਟ ਹੋ ਗਿਆ ਅਪ ਟੂ 50%, ਕਈ ਵੇਵਰ ਵੀ ਹੈਗੇ ਆ ਕਈ ਬੈਂਕਾਂ ਦੇ, ਔਰ ਅੱਛੇ ਸਾਰੇ ਬੈਂਕ ਜਿਹੜੇ ਆਪਣੇ ਇਸ ਰੀਜਨ 'ਚ ਪ੍ਰੋਮੀਨੈਂਟ ਹੈ ਉਹ ਸਾਰੇ ਇਹਨਾਂ ਨੇ ਇਹ ਸਕੀਮ ਨੂੰ ਅਡਾਪਟ ਕੀਤਾ। PNB ਹੋ ਗਿਆ, ਸਟੇਟ ਬੈਂਕ ਹੋ ਗਿਆ, ਸਾਰੇ ਇਨਵੋਲਵਡ ਹੈਗੇ ਆ। ਦੂਸਰਾ, ਜਿਹੜੀ ਵੀ ਇੰਡਸਟਰੀ ਦੇ ਕੋਲ ਕੋਈ BIS ਸਰਟੀਫਿਕੇਸ਼ਨ ਹੈ ਜਾਂ ISO ਸਰਟੀਫਿਕੇਸ਼ਨ ਹੈਗੀ ਹੈ, ਉਹਨਾਂ ਨੂੰ ਇੱਕ ਫੀਸ ਦੇਣੀ ਪੈਂਦੀ ਹੈ ਸਰਕਾਰ ਨੂੰ। ਜੇ ਕਿਸੇ ਵੀ ਇੰਡਸਟਰੀ ਨੇ, ਮੰਨ ਲਓ ਲੁਧਿਆਣੇ 'ਚ 1500 ਘੱਟੋ ਘੱਟ ਇੱਦਾਂ ਦੇ MSMEs ਹੈਗੇ ਆ ਜਿਨ੍ਹਾਂ ਦੇ ਕੋਲ BIS ਸਰਟੀਫਿਕੇਸ਼ਨ ਹੈਗੀ ਹੈ, ਜੇ ਅਸੀਂ ਉਹ ਇੰਡਸਟਰੀ ਆਪਣੇ ਆਪ ਨੂੰ ਬ੍ਰੌਂਜ਼ ਸਰਟੀਫਾਈ ਕਰਾ ਲੈਂਦੀ ਹੈ ਤੇ ਉਹਨਾਂ ਨੂੰ ਵਿਦਿਨ 21 ਡੇਜ਼ 50,000 ਰੁਪਇਆ ਰਿਫੰਡ ਆ ਜਾਂਦਾ। ਔਰ ਜਿਹੜੇ ਲੋਕਾਂ ਦੀ ਅਸੀਂ ਸਰਟੀਫਿਕੇਸ਼ਨ 1 ਮਹੀਨਾ ਪਹਿਲਾਂ ਕੀਤੀ ਸੀਗੀ ਉਹਨਾਂ ਦੇ ਰਿਫੰਡਸ ਆਉਣੇ ਸ਼ੁਰੂ ਵੀ ਹੋ ਗਏ ਹੈ। ਸੋ ਉਹ ਪ੍ਰਮਾਣ ਮੰਨ ਜਾਂਦਾ, ਇੱਕ ਨੂੰ ਦੇਖ ਕੇ ਦੂਸਰਾ ਬੰਦਾ ਆਥੈਂਟਿਕਲੀ ਉਹਨੂੰ ਕੰਮ ਕਰਨਾ ਸ਼ੁਰੂ ਕਰ ਦਿੰਦਾ। ਦੈਨ ਜਿਹੜੇ ਐਕਸਪੋਰਟਰਸ ਹੈਗੇ ਆ ਉਹਨਾਂ ਨੂੰ ਬਹੁਤ ਅੱਛਾ ਬੈਨੀਫਿਟ ਹੈ, ਕਿਉਂਕਿ ਅੱਜ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਸਿਰਫ ਪ੍ਰਾਈਸ ਇਜ਼ ਨਾਟ ਦਾ ਪੈਰਾਮੀਟਰ, ਕੁਆਲਿਟੀ ਵੀ ਇੱਕ ਇੰਪੋਰਟੈਂਟ ਪੈਰਾਮੀਟਰ ਹੈ। ਉਹਦੇ ਨਾਲ ਨਾਲ ਉਹਨਾਂ ਦਾ ਇਹ ਕੰਸਰਨ ਹੁੰਦਾ ਵੀ ਤੁਸੀਂ ਵਾਤਾਵਰਨ 'ਤੇ ਕਿੰਨਾ ਕੁ ਇੰਪੈਕਟ ਕ੍ਰੀਏਟ ਕਰਦੇ ਹੋ, ਇੰਡਸਟਰੀ ਪੋਲਿਊਸ਼ਨ ਕਿੰਨਾ ਕ੍ਰੀਏਟ ਕਰ ਰਹੀ ਹੈ, ਐਨਰਜੀ ਕਿੰਨੀ ਕੰਜ਼ਿਊਮ ਕਰ ਰਹੀ ਹੈ, ਔਰ ਸਭ ਤੋਂ ਇੰਪੋਰਟੈਂਟ ਹੈ ਵੀ ਆਪਣੀ ਲੇਬਰ ਨੂੰ ਕਿਸ ਤਰੀਕੇ ਨਾਲ ਉਹਦਾ ਦੇਖਭਾਲ ਕਰਦੀ ਹੈ।
Z ਸਕੀਮ ਜਿਹੜੀ ਹੈ ਜ਼ੀਰੋ ਇਫੈਕਟ ਜ਼ੀਰੋ ਡਿਫੈਕਟ। ਡਿਫੈਕਟ ਤਾਂ ਤੁਸੀਂ ਦੱਸਤਾ ਵੀ ਕੁਆਲਿਟੀ ਦੇ ਰਿਲੇਟਡ ਆਪਾਂ ਗੱਲ ਕਰਦੇ ਹਾਂ। ਜਿਹੜਾ ਇਫੈਕਟ ਹੈ ਉਹ ਬੇਸਿਕਲੀ ਵਾਤਾਵਰਣ ਔਰ ਸਾਡੀ એનર્ਜੀ ਕੰਜ਼ੰਪਸ਼ਨ ਔਰ ਅਸੀਂ ਸੋਸਾਇਟੀ ਦੇ ਪ੍ਰਤੀ ਸਾਡਾ ਕੀ ਬਿਹੇਵੀਅਰ ਹੈ, ਇਹ ਤਿੰਨ ਚੀਜ਼ਾਂ ਨੂੰ ਕਵਰ ਕਰਦਾ। ਸੋ ਜਦੋਂ ਅਸੀਂ ਇੰਟਰਨੈਸ਼ਨਲ ਮਾਰਕੀਟ 'ਚ ਇਹ ਕਹਿੰਦੇ ਆ ਕਿ ਅਸੀਂ Z ਸਰਟੀਫਾਈਡ ਆ ਤੇ ਉਹਦਾ ਇੱਕ ਸਟੈਂਡਰਡ ਫਰਕ ਆ ਜਾਂਦਾ, ਬਿਕੋਜ਼ ਅਸੀਂ ਉਹ MSME ਸਰਟੀਫਾਈਡ ਜਿਹੜਾ ਹੈਗਾ ਆਟੋਮੈਟਿਕਲੀ ਉਹ ਜਿਹੜੀ ਗਵਰਨਮੈਂਟ ਦੀ ਵੈਬਸਾਈਟ ਹੈ z.msme.gov.in ਉਹਦੇ ਤੇ ਤੁਹਾਡੀ ਲਿਸਟਿੰਗ ਹੋ ਜਾਂਦੀ ਹੈ। ਸੋ ਦੈਟ ਮੀਨ ਜਿੰਨੀਆਂ ਵੀ ਫੋਰਨ ਡੈਲੀਗੇਸ਼ਨਸ ਜਾਂਦੀਆਂ ਜਾਂ ਜਿੰਨੀਆਂ ਵੀ ਫੋਰਨ ਫੇਅਰਸ ਲੱਗਦੇ ਆ ਜਿਹੜੇ MSME ਪ੍ਰਮੋਟ ਕਰਦਾ, ਉੱਥੇ ਤੁਸੀਂ ਆਟੋਮੈਟਿਕਲੀ ਨਾਲ ਪ੍ਰਮੋਟ ਹੋ ਰਹੇ ਹੋ। ਦੈਨ ਜਿਹੜਾ ਕੋਈ ਐਕਸਪੋਰਟਰ ਹੈ ਉਹਨੂੰ 1 ਸਾਲ ਦਾ 20 ਲੱਖ ਰੁਪਏ ਦਾ ਸਿਰਫ ਟਰਾਂਸਪੋਰਟੇਸ਼ਨ 'ਤੇ ਰਿਫੰਡ ਮਿਲ ਜਾਂਦਾ ਫਰੋਮ ਫੈਕਟਰੀ ਟੂ ਜਿਹੜਾ ਪੋਰਟ ਤੱਕ ਜਿਹੜਾ ਉਹਦਾ ਸਮਾਨ ਜਾਂਦਾ ਹੈ, ਉਹਦੇ ਵਿੱਚ ਰੋਡ ਟਰਾਂਸਪੋਰਟ ਤੇ ਅਪ ਟੂ 20 ਲੱਖ ਰੁਪੀਸ ਪਰ ਐਨਮ ਫॉर ਨੈਕਸਟ 5 ਇਅਰਸ। ਦੈਟ ਮੀਨਸ 1 ਕਰੋੜ ਦਾ ਸਿੱਧਾ ਐਡਵਾਂਟੇਜ ਉਹ ਲੈ ਸਕਦੇ ਆ। ਉਸ ਤੋਂ ਬਾਅਦ ਜਿਹੜੀਆਂ ਗਵਰਨਮੈਂਟ ਸਪਾਂਸਰਡ ਐਗਜ਼ੀਬਿਸ਼ਨਸ ਲੱਗਦੀਆਂ ਜਾਂ ਜਿੱਥੇ ਸਾਡੀ ਆਫੀਸ਼ੀਅਲ ਪਾਰਟਿਸਿਪੇਸ਼ਨ ਹੁੰਦੀ ਹੈ, ਉੱਥੇ ਜਿਹੜੀ ਸਾਡੀ ਇੰਡਸਟਰੀ ਜਾ ਕੇ ਪਾਰਟਿਸਿਪੇਟ ਕਰਦੀ ਹੈ ਉਹਨਾਂ ਨੂੰ ਰੀਇੰਬਰਸਮੈਂਟਸ ਹੈਗੀਆਂ। ਸੋ ਇਸ ਤਰੀਕੇ ਦੇ ਬਹੁਤ ਸਾਰੇ ਡਿਟੇਲਡ ਫਾਇਦੇ ਹੈ ਜਿਹੜੇ ਉਦੋਂ ਅਸੀਂ ਆਪਣੀ ਸਾਰੇ ਇੰਡਸਟਰੀਅਲ ਜਿਹੜੀਆਂ ਐਸੋਸੀਏਸ਼ਨ ਸੀਗੀਆਂ ਉਹਨਾਂ ਨੂੰ ਅਸੀਂ ਬਰੀਫ ਕੀਤੇ ਔਰ ਇਸ ਕਰਕੇ ਬੜਾ ਅੱਛਾ ਹੁੰਗਾਰਾ ਮਿਲਿਆ। ਨੰਬਰ 1 ਸਕੀਮ ਨੂੰ ਸਿੰਪਲੀਫਾਈ ਕਰਤਾ, ਨੰਬਰ 2 ਹੈਂਡ ਹੋਲਡਿੰਗ ਅਵੇਲੇਬਲ ਕਰਤੀ, ਨੰਬਰ 3 80% ਤੱਕ ਸਬਸਿਡੀ ਅਵੇਲੇਬਲ ਹੋ ਗਈ, ਜਿਹੜੀ ਫੀਸ ਹੈਗੀ ਹੈ ਐਂਟਰੀ ਲੈਵਲ ਫ੍ਰੀ ਕਰਤਾ, ਤੇ ਨੰਬਰ 4 ਜਿਹੜਾ ਹੈਗਾ ਸਭ ਤੋਂ ਇੰਪੋਰਟੈਂਟ ਕਿ ਇਹਦੇ 'ਚ ਬਹੁਤ ਸਾਰੇ ਫਿਸਕਲ ਬੈਨੀਫਿਟਸ ਆ ਗਏ ਹੈ। ਲਾਸਟ ਪੁਆਇੰਟ ਜਿਹੜਾ ਮੈਂ ਇੰਪੋਰਟੈਂਟ ਹਾਈਲਾਈਟ ਕਰਾਂਗਾ ਕਿ ਇਨਵੈਸਟ ਪੰਜਾਬ ਜਿਹੜੀ ਵੀ ਇੰਡਸਟਰੀ ਇਨਵੈਸਟ ਪੰਜਾਬ ਦੇ ਅੰਡਰ ਰਜਿਸਟਰਡ ਹੈਗੀ ਹੈ ਉਹਦੇ ਵਾਸਤੇ ਤਾਂ ਇਹ ਮੈਂਡੇਟਰੀ ਹੋ ਗਿਆ ਕਿ ਫਰੋਮ ਦ ਡੇਟ ਆਫ ਮੈਨੂਫੈਕਚਰਿੰਗ ਤੋਂ ਲੈ ਕੇ ਵਿਦਿਨ 3 ਇਅਰਸ ਜੇ ਤੁਹਾਡੇ ਕੋਲ Z ਸਰਟੀਫਿਕੇਸ਼ਨ ਨਹੀਂ ਹੈ ਤੇ ਤੁਹਾਡੇ ਜਿੰਨੇ ਵੀ ਫਿਸਕਲ ਬੈਨੀਫਿਟਸ ਹੈ ਉਹ ਆਟੋਮੈਟਿਕਲੀ ਵਿਡਰਾ ਹੋ ਜਾਣਗੇ। ਫਿਸਕਲ ਬੈਨੀਫਿਟਸ ਚਾਹੇ ਤੁਹਾਡਾ ਮੰਡੀ ਬੋਰਡ ਦੀ ਫੀਸ ਆ ਗਈ ਜਾਂ ਇਲੈਕਟ੍ਰਿਸਿਟੀ ਦੀ ਡਿਊਟੀਜ਼ ਆ ਗਈਆਂ, ਹੋਰ ਸਾਰੀਆਂ ਚੀਜ਼ਾਂ। ਸੋ ਇਹ ਹੁਣ ਇਹਨੂੰ ਫਰਦਰ ਲਿਜਾਣ ਵਾਸਤੇ ਕੁਝ ਐਸੋਸੀਏਸ਼ਨਸ ਨੇ ਸਾਡੇ ਨਾਲ ਟਾਈ ਅਪ ਕੀਤਾ ਵੀ ਅਸੀਂ ਜੋ ਉਦੋਂ ਸੈਮੀਨਾਰ ਕੀਤਾ ਸੀਗਾ ਉਹ ਉਹਨਾਂ ਦੀ ਐਸੋਸੀਏਸ਼ਨ 'ਚ ਆ ਕੇ ਕਰੀਏ, ਜਾਂ ਜਿਸ ਤਰ੍ਹਾਂ CICU ਨੇ ਸਾਨੂੰ ਇੱਕ ਹੈਲਪ ਡੈਸਕ ਲਗਾਉਣ ਲਈ ਪ੍ਰੋਵੀਜ਼ਨ ਦੇਤੀ। ਸੋ ਸਾਡਾ ਬੁੱਧਵਾਰ ਨੂੰ ਜਿਵੇਂ ਹੈਲਪ ਡੈਸਕ ਲੱਗਿਆ, ਉਦੋਂ ਜਿਹੜੇ ਬੰਦੇ ਆਏ ਇੰਟਰਸਟਿਡ ਸੀ ਉਹਨਾਂ ਨੂੰ ਐਕਸਪਲੇਨ ਕੀਤਾ, ਨਾਲ ਹੀ ਟੀਮ ਗਈ, ਉਹਨਾਂ ਨੂੰ ਸਰਟੀਫਿਕੇਸ਼ਨ ਹੋ ਵੀ ਗਈ ਉਹਨਾਂ ਦੀ। ਸਿਮਿਲਰਲੀ ਅਸੀਂ ਫੀਕੋ ਦੇ ਨਾਲ ਤੇ ਹੋਰ ਜਿਹੜੀਆਂ ਯੂਨਾਈਟਿਡ ਸਾਈਕਲ ਪਾਰਟਸ ਹੈ ਉਹਨਾਂ ਦੇ ਨਾਲ ਵੀ ਇਹੀ ਟਾਈ ਅਪਸ ਕਰਕੇ ਗਰਾਊਂਡ ਲੈਵਲ ਤੇ ਜਾ ਕੇ ਅਸੀਂ ਇੰਡਸਟਰੀ ਨੂੰ ਫੈਸਿਲੀਟੇਟ ਕਰ ਰਹੇ ਹਾਂ। ਇੱਕ ਹੋਰ ਵੱਡਾ ਕੁਐਸਚਨ ਹੈ ਕਿ ਕੀ ਸਰਟੀਫਿਕੇਸ਼ਨ ਲਈ ਕੋਈ ਚਾਰजेस ਵਗੈਰਾ ਵੀ ਹੈਗੇ? ਦੇਖੋ ਇਹਦੇ 'ਚ ਜਿਹੜਾ ਬ੍ਰੌਂਜ਼ ਲੈਵਲ ਹੁੰਦਾ ਉਹਦੀ 10,000 ਫੀਸ ਹੁੰਦੀ ਹੈ, ਲੇਕਿਨ ਸਰਕਾਰ ਤੁਹਾਨੂੰ ਨਾਲ ਇੱਕ 10,000 ਦਾ ਗਿਫਟ ਕੂਪਨ ਦਿੰਦੀ ਹੈ। ਸੋ ਆਪਾਂ ਜੋ ਇਨਕੈਸ਼ ਕਰ ਲੈਂਦੇ ਹਾਂ ਤੇ ਆਪਣੀ ਜ਼ੀਰੋ ਫੀਸ ਹੋ ਜਾਂਦੀ ਹੈ। ਲੇਕਿਨ ਅਸੀਂ ਇਹ ਰਿਕਮੈਂਡ ਕਰਦੇ ਹਾਂ ਵੀ ਜਿਹਨੇ ਸਿਲਵਰ ਜਾਂ ਗੋਲਡ ਤੇ ਜਾਣਾ ਹੈ ਉਹ ਪਹਿਲਾਂ 80% ਸਬਸਿਡੀ ਲੈ ਲੇ, ਮੀਨਸ 2,000 ਰੁਪਇਆ ਦੇ ਕੇ ਪਹਿਲਾਂ ਲੈ ਲੇ ਤਾਂ ਕਿ ਉਹ 10,000 ਦਾ ਕੂਪਨ ਆਪਾਂ ਅੱਗੇ ਜਾ ਕੇ ਯੂਜ਼ ਕਰ ਲਈਏ। ਜਿਨ੍ਹਾਂ ਨੇ ਸਿਰਫ ਬ੍ਰੌਂਜ਼ ਲੈਣੀ ਹੈ ਉਹਨਾਂ ਵਾਸਤੇ ਤਾਂ ਡੇ 1 ਤੋਂ ਹੀ ਫ੍ਰੀ ਹੈਗੀ ਹੈ ਬੇਸਿਕਲੀ। ਸੋ ਲੋਕਾਂ ਦਾ ਇੰਟਰਸਟ ਇੰਡਸਟਰੀ ਕਿੱਦਾਂ ਲੈ ਰਹੀ ਹੈ ਇਹਨੂੰ? ਇੰਡਸਟਰੀ ਦੇਖੋ ਜੀ ਬਹੁਤ ਅੱਛਾ ਸਾਨੂੰ ਹਾਲੇ ਤੱਕ ਰਿਸਪੌਂਸ ਆ ਰਿਹਾ, ਬਿਕੋਜ਼ 2 ਚੀਜ਼ਾਂ ਜਿਹੜੀਆਂ ਮੇਜਰ ਇੰਡਸਟਰੀ ਨੂੰ ਸਮਝ ਆਉਂਦੀਆਂ। ਫਾਈਨੈਂਸ਼ੀਅਲ ਬੈਨੀਫਿਟਸ ਦੇ ਵਿੱਚ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣੀ ਜਿਹੜੀ ਮਿਸ ਕਰ ਗਿਆ ਕਿ ਜਿਹੜੀ ਵੀ ਇੰਡਸਟਰੀ ਸਿਲਵਰ ਜਾਂ ਬ੍ਰੌਂਜ਼ ਤੇ ਜਾਂਦੀ ਹੈ ਉਹਨਾਂ ਨੂੰ ਸਰਕਾਰ ਵੱਲੋਂ 3 ਲੱਖ ਰੁਪਏ ਦੀ ਇੱਕ ਗ੍ਰਾਂਟ ਹੈਗੀ ਹੈ ਜੇ ਉਹ ਕੋਈ ਵੀ ਪੋਲਿਊਸ਼ਨ ਕੰਟਰੋਲ ਡਿਵਾਈਸ ਲਗਾਉਂਦੇ ਹੈ ਜਾਂ ਐਨਰਜੀ ਸੇਵਿੰਗ ਡਿਵਾਈਸ ਲਗਾਉਂਦੇ ਹੈ। ਔਰ ਅੱਜ ਸਾਰੀ ਇੰਡਸਟਰੀ ਇਸ ਪਾਸੇ ਆਲਰੇਡੀ ਤੁਰ ਰਹੀ ਹੈ। ਸੋ ਜੇ ਤੁਸੀਂ ਸੋਲਰ ਪਲਾਂਟ ਲਗਾਇਆ ਹੈ ਫੋਰ ਐਗਜ਼ਾਮਪਲ ਜਾਂ ਲਗਾਉਣਾ ਚਾਹੁੰਦੇ ਹੋ, ਜਿਹੜਾ ਕਿ ਕੰਸਲਟੈਂਟ ਐਂਡੋਰਸ ਕਰਦਾ ਵੀ ਹਾਂ ਇਸ ਇੰਡਸਟਰੀ ਨੂੰ ਸੋਲਰ ਦੀ ਜ਼ਰੂਰਤ ਹੈ ਜਾਂ ਇਸ ਇੰਡਸਟਰੀ ਨੂੰ ਰੇਨ ਵਾਟਰ ਦੀ ਜ਼ਰੂਰਤ ਹੈ, ਜੋ ਵੀ ਤੁਹਾਡਾ ਉਹ ਸੁਜੈਸ਼ਨ ਦਿੰਦਾ ਉਹਦੇ ਤੇ ਅਪ ਟੂ 3 ਲੱਖ ਰੁਪੀਸ ਦੀ ਤੁਹਾਨੂੰ ਰੀਇੰਬਰਸਮੈਂਟ ਜਿਹੜੀ ਹੈ MSME ਗਵਰਨਮੈਂਟ ਮਤਲਬ ਡਿਪਾਰਟਮੈਂਟ ਦਿੰਦਾ। ਔਰ ਦੂਸਰਾ, ਪੰਜਾਬ ਗਵਰਨਮੈਂਟ ਇੱਕ ਇਕਲੌਤੀ ਸਰਕਾਰ ਹੈ ਪੂਰੇ ਭਾਰਤ ਦੇ ਵਿੱਚ ਜਿਹਨੇ ਕਿ ਐਡੀਸ਼ਨਲ ਬੈਨੀਫਿਟਸ ਨਾਲ ਦਿੱਤੇ ਹੈ, ਜਿਸ ਤਰ੍ਹਾਂ ਕਿ ਜੇ ਕੋਈ Z ਸਰਟੀਫਾਈਡ ਇੰਡਸਟਰੀ ਆਪਣੇ ਆਪ ਨੂੰ ਆਪਣੀ ਮਸ਼ੀਨਰੀ ਨੂੰ ਅਪਗ੍ਰੇਡ ਕਰਦੀ ਹੈ ਜਾਂ ਕੋਈ ਨਵੀਂ ਮਸ਼ੀਨ ਲਗਾਉਂਦੀ ਹੈ ਉਹਦੇ ਤੇ 5 ਲੱਖ ਰੁਪਏ ਦੀ ਰੀਇੰਬਰਸਮੈਂਟ ਜਿਹੜੀ ਹੈ ਉਹ ਪੰਜਾਬ ਗਵਰਨਮੈਂਟ ਤੋਂ ਆ ਰਹੀ ਹੈ। ਬਾਕੀ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਸਿਰਫ ਸੈਂਟਰ ਗਵਰਨਮੈਂਟ ਦੀਆਂ ਇਨਸੈਂਟਿਵਸ ਹੈ ਉਹ ਲਾਗੂ ਹੈ, ਪੰਜਾਬ ਦੇ ਵਿੱਚ ਜਿਹੜੇ ਐਡੀਸ਼ਨਲ ਇਨਸੈਂਟਿਵਸ ਨਾਲ ਗਵਰਨਮੈਂਟ ਦੇ ਰਹੀ ਹੈ ਉਹ ਵੀ ਨਾਲ ਐਪਲੀਕੇਬਲ ਹੈ। ਸੋ ਇਟਸ ਅ ਵਿਨ ਵਿਨ ਸਿਚੁਏਸ਼ਨ। ਇੰਡਸਟਰੀ ਨੂੰ ਅਲਟੀਮੇਟਲੀ ਤਾਂ ਕਰਾਉਣਾ ਹੀ ਪਏਗਾ। ਅੱਜ ਇਹ ਫ੍ਰੀ ਹੈ ਚੀਜ਼ਾਂ, ਤਾਂ ਜਿੰਨੀ ਇੰਡਸਟਰੀ ਪਹਿਲਾਂ ਰੋਪਿਨ ਹੋ ਜਾਏਗੀ ਉਹ ਬੈਨੀਫਿਟ ਜ਼ਿਆਦਾ ਲੈ ਲੇਗੀ ਔਰ ਆਪਣੇ ਐਕਸਪੋਰਟਸ ਔਰ ਮੈਨੂਫੈਕਚਰਿੰਗ ਦੀ ਜਿਹੜੇ ਕਲਾਇੰਟੇਜ ਆ ਉਹਨੂੰ ਇੰਪਰੂਵ ਕਰ ਲੇਗੀ। ਥੈਂਕ ਯੂ ਥੈਂਕ ਯੂ। ਸੋ ਦੋਸਤੋ, ਇਹ ਸੀ ਸਾਡੇ ਨਾਲ ਸਿਟੀ ਨੀਡਸ ਦੇ ਮਨਮੀਤ ਦੀਵਾਨ ਜਿਨ੍ਹਾਂ ਨੇ ਸਾਨੂੰ ਬਹੁਤ ਸਾਰੀ ਜਾਣਕਾਰੀ ਦਿੱਤੀ ਔਰ ਖਾਸ ਕਰਕੇ Z ਜਿਹੜੀ ਸਰਟੀਫਿਕੇਸ਼ਨ ਨੂੰ ਲੈ ਕੇ ਇੰਡਸਟਰੀ ਨੂੰ ਮਿਲਣ ਵਾਲੇ ਜਿਹੜੇ ਫਾਇਦੇ ਦੱਸੇ। ਉਸ ਤੋਂ ਬਾਅਦ ਤਾਂ ਇੱਕੋ ਹੀ ਗੱਲ ਯਾਦ ਆਉਂਦੀ ਹੈ, ਆਮ ਕੇ ਆਮ ਗੁਠਲੀਆਂ ਕੇ ਦਾਮ। ਦੇਖਦੇ ਰਹੋ, ਬਨੇ ਰਹੋ ਜਨਹਿਤੈਸ਼ੀ। ਧੰਨਵਾਦ।